तू नानक मन भाना कोल कुम्हाई तिस मित्र विचोले। जय मिल कंत पछाणा सज्जन सचा पातशाह सिर शाह दे शाह। जिस पास बैठिया सोही है सबना दा विसाह। जिस पास बैठिया सबना दा विसाह। ज्ञान ध्यान किच कर्म नाहि न निर्मल करनी। साध संगत के अंचल लावो बिकम नदी जाए तरनी। साध संगत के अंचल लावो बिकम नदी जाए तरनी। सतनाम वाहिगुरु साहिब जियो। सूही महला पंजवा गुर परमेश्वर करनहार। सगल सृष्टि को दे आधार। गुर परमेश्वर करनहार। सगल सृष्टि को दे आधार। गुर के चरण कमल मन ध्याए। दुख दर्द इस तन ते जाए रहा। भव जल डूबत सतगुर काढ़ै। जन्म जन्म का टूटा गांड है। गुर की सेवा करो दिन रात। सुख सहज मन आवे शांत। सतगुर की रेण वड भागी पावै। नानक गुरु कहो सद बल जावै। सतगुर की रेण वड भागी पावै। नानक गुरु कहो सद बल जावै। वाहिगुरु जी का खालसा वाहिगुरु जी की फतेह। जुगो जुगो अटल शब्द सतगुरु धन धन गुरु ग्रंथ साहिब जी। दातार पिता अकाल पुरख वाहिगुरु जी दी अपर अपार नवाजिश बख्शिश मानवी जीवन के इस सफ़र को असीं मान रहे हैं। संध्या समय का दीवान इस गुरुद्वारा स्थान दे विच चल रहा है। रहराज साहब जी की पावन जाप तो उपरंत कीर्तन की चौंकी अजे हुणे रागी वीर पर रहे सी। हुण समा बनिया
ਗੁਰਸ਼ਬਦ ਦੇ ਨਾਲ ਅਸੀਂ ਆਤਮਸਾਤ ਹੋਣਾ ਹੈ। ਸੂਹੀ ਰਾਗ ਦਾ ਪਵਿੱਤਰ ਪਾਵਨ ਸ਼ਬਦ ਜੋ ਕਿ ਲੜੀਵਾਰ ਬਾਣੀ ਵਿੱਚੋਂ ਅਗਲੇਰਾ ਬਚਨ ਬਣਦਾ ਹੈ, ਆਪ ਜੀ ਨੇ ਜੇ ਹੁਣੇ ਸਰਵਨ ਕੀਤਾ ਹੈ। ਗੁਰੂ ਅਰਜਨ ਸਾਹਿਬ ਇਹਨਾਂ ਬਚਨਾਂ ਨੂੰ ਉਚਰਿਤ ਕਰ ਰਹੇ ਨੇ। ਇਸ ਸੁਨੇਹੇ ਦੀ ਵਿਚਾਰ ਰਹਾਉ ਦੇ ਪਤੇ ਤੋਂ ਪ੍ਰਾਰੰਭ ਕਰਦੇ ਹਾਂ। ਸਭ ਜ਼ਿਕਰ ਕਰਦੇ ਨੇ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ। ਰਹਾਉ, ਗੁਰ ਕੇ ਚਰਨ ਕਮਲ ਮਨ ਧਿਆਏ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਮਿਸਾਲਾਂ ਦੇ ਕੇ, ਉਦਾਹਰਨਾਂ ਦੇ ਕੇ, ਐਗਜ਼ਾਮਪਲਸ ਦੇ ਕੇ ਸਾਨੂੰ ਅਧਿਆਤਮਿਕਤਾ, ਜਿਹਨੂੰ ਅਸੀਂ ਰੂਹਾਨੀਅਤ ਕਹਿੰਦੇ ਹਾਂ, ਸਪਿਰਿਚੁਅਲਿਟੀ ਕਹਿੰਦੇ ਹਾਂ, ਉਹਨੂੰ ਸਮਝਾਇਆ ਹੈ ਤਾਂ ਕਿ ਅਸੀਂ ਜਿਹੜਾ ਸਹੀ ਅਧਿਆਤਮੀ ਰਾਹ ਹੈ, ਜਿਹਨੂੰ ਸਪਿਰਿਚੁਅਲ ਪਾਥ ਕਹਿ ਲਓ, ਉਹਨੂੰ ਫੋਲੋ ਕਰ ਸਕੀਏ। ਬਟ ਸਮਹਾਉ ਗੁਰਬਾਣੀ ਦੇ ਜਦੋਂ ਸ਼ਬਦਾਂ ਨੂੰ ਪੜ੍ਹਦੇ ਤਾਂ ਅਕਸਰ ਇਹ ਪੋਸੀਬਿਲਿਟੀ ਰਹੀ ਹੈ ਹਮੇਸ਼ਾ ਦੇ ਵਿੱਚ ਕਿ ਕੋਈ ਕਿਸੇ ਚੀਜ਼ ਨੂੰ ਉਸ ਲੈਵਲ 'ਤੇ ਅੰਡਰਸਟੈਂਡ ਨਾ ਕਰ ਸਕੇ ਜਿਸ ਤਰੀਕੇ ਨਾਲ ਉਹਨੂੰ ਦੱਸਿਆ ਜਾ ਰਿਹਾ ਹੈ, ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ। ਈਵਨ we have discussed actually so many times how we perceive things in our mind, in our actually level of understanding. At a level someone is saying something else and the person who is perceiving it, that is getting totally different kind of meanings. ਇਹ ਚੀਜ਼ਾਂ ਹੁੰਦੀਆਂ ਨੇ, ਇਹਨੂੰ ਅਸੀਂ ਕਈ ਵਾਰੀ ਕਹਿੰਦੇ ਹਾਂ ਚੀਜ਼ਾਂ ਨੂੰ ਸੁਪਰਫਿਸ਼ੀਅਲ ਵੇ ਨਾਲ ਅੰਡਰਸਟੈਂਡ ਕਰਨਾ, ਉਹਨਾਂ ਨੂੰ ਮਿਸਅੰਡਰਸਟੈਂਡ ਕਰ ਜਾਣਾ, ਉਹਨਾਂ ਨੂੰ ਮਿਸਲੀਡਿੰਗ ਵੇ ਦੇ ਨਾਲ ਪ੍ਰੀਜ਼ਰਵ, ਉਸ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਪ੍ਰੋਸੈਸ ਕਰ ਲੈਣਾ। ਸੋ ਇਹ ਪੋਸੀਬਿਲਿਟੀ ਰਹੀ ਹੈ। ਇਹਦੇ 'ਚ ਸ਼ਬਦ ਆ ਰਹੇ ਨੇ, ਗੁਰ ਕੇ ਚਰਨ ਕਮਲ ਮਨ ਧਿਆਏ। ਦੇ ਪ੍ਰਸਤਗੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਟੈਚੂ ਵਰਸ਼ਿਪ ਤਾਂ ਬਿਲਕੁਲ ਅਲਾਓ ਨਹੀਂ ਸੀ, ਜਾਣਦੇ ਹਾਂ ਸਾਰੇ, ਬਟ ਹਾਊ ਅਬਾਊਟ ਇੰਡੀਵਿਜੂਅਲ ਵਰਸ਼ਿਪ, ਜਿਹਨੂੰ ਅਸੀਂ ਕਹਿ ਲਈਏ ਕਿ ਸ਼ਖਸੀ ਪੂਜਾ। ਇਹ ਗੁਰੂ ਡੰਮ ਜਿੱਥੋਂ ਚੱਲਿਆ ਸਾਰੇ ਦਾ ਸਾਰਾ। ਇਹ ਚੀਜ਼ਾਂ ਗੁਰਮਤਿ ਆਸ਼ੀਸ਼ ਤੇ ਬਿਲਕੁਲ ਪ੍ਰਵਾਨ ਨਹੀਂ ਹੈਗੀਆਂ। ਗੁਰੂ ਮਹਾਰਾਜ ਜੀ ਨੇ ਪਹਿਲੇ ਦਿਨ ਤੋਂ ਕਲੀਅਰ ਰੱਖਿਆ ਕਿ ਸਤਿਗੁਰੂ ਜੋਤ ਆ ਤੇ ਜੋਤ ਨਾਲ ਹੀ ਤੁਹਾਡੀ ਸਾਂਝ ਆ। ਸਰੀਰ ਹੈ ਤੇ ਟਾਈਮ ਬੀਇੰਗ ਵਾਸਤੇ ਹੈ, ਫਿਰ ਨੇ ਬਦਲ ਜਾਣਾ, ਫਿਰ ਬਦਲ ਜਾਣਾ, ਫਿਰ ਬਦਲ ਜਾਣਾ। ਇਸੇ ਕਰਕੇ ਜਾਮੇ ਬਦਲਦੇ ਗਏ, ਜੋਤ ਇੱਕ ਕਰੀ ਹੋਈ, ਇਹ ਰੂਪ ਹੈ। ਈਵਨ ਇੱਥੋਂ ਤੱਕ ਵੀ ਹੈ, ਅਸੀਂ ਸਿੱਧ ਗੋਸ਼ਟ ਰਚਨਾ ਪੜ੍ਹਦੇ ਹਾਂ, ਬੀਤੇ ਕੱਲ੍ਹ ਵੀ ਬਾਈ ਚਾਂਸ ਬਾਤ ਹੋ ਰਹੀ ਸੀ। ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਜਿਸ ਗੱਲ ਦੇ ਉੱਤੇ ਡਾਇਰੈਕਟਲੀ ਜਿਹੜਾ ਹੈਗਾ ਕ੍ਰਾਸ ਐਗਜ਼ਾਮਿਨ ਕੀਤਾ, ਦੈਟ ਵਾਜ਼ ਵੈਨ Jogi came to know that Guru Nanak Sahib is presenting thought of Guru. Gurmat school of thought ਨੂੰ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਕਰ ਰਹੇ ਨੇ। ਤੋ ਗੁਰਮਤ ਸਕੂਲ ਆਫ ਥਾਟ ਨੂੰ ਪ੍ਰੈਜ਼ੈਂਟ ਕਰਦਿਆਂ ਹੋਇਆਂ ਗੁਰੂ ਮਹਾਰਾਜ ਸੰਸਾਰ ਨੂੰ ਰੋਸ਼ਨ ਦਿਮਾਗ ਕਰਦੇ ਨੇ, ਇਨਲਾਈਟਡ ਕਰਦੇ ਨੇ। ਉਹਨਾਂ ਕਿਹਾ ਜੀ ਇਹ ਸੇਮ ਹੀ ਥਿੰਗ ਹੈ ਜਿਹੜੀ ਅਸੀਂ ਕਰਦੇ ਹਾਂ। ਸਾਡੇ ਘਰ ਦੇ ਵਿੱਚ ਵੀ ਗੁਰੂ ਚੇਲੇ ਦੀ ਪਰੰਪਰਾ ਆ। ਅਸੀਂ ਇੱਕ ਨਾਥ ਗੁਰੂ ਹੁੰਦਾ, ਉਹਦੇ ਫਿਰ ਚੇਲੇ ਬਣਦੇ ਨੇ, ਫਿਰ ਅਗਾਂ ਇਸ ਤਰੀਕੇ ਨਾਲ ਚੱਲਦਾ ਸਾਰਾ ਪ੍ਰੋਸੈਸ। ਗੁਰੂ ਸਾਹਿਬ ਨੇ ਕਿਹਾ ਇਹ ਚੀਜ਼ ਨਹੀਂ ਹੈ। ਇਹ ਜਿਹੜਾ ਹੈਗਾ ਉਹ ਪਰੰਪਰਾ ਤੁਸੀਂ ਜਿਹੜੀ ਚਲਾ ਰਹੇ ਹੋ ਇਹ ਨਹੀਂ ਹੈ, ਜਿਹਨੂੰ ਕਈ ਵਾਰੀ ਸਮਟਾਈਮ ਵੀ ਐਕਚੁਅਲੀ ਟੋਟਲੀ ਮਿਸਅੰਡਰਸਟੂਡ ਦਿਸ ਇਸ਼ੂ। ਇਹਨੇ ਜਿਵੇਂ ਕਈ ਵਾਰ ਮੈਂ ਦੇਖਦਾ ਲੋਕ ਕਹਿ ਦਿੰਦੇ ਨੇ ਕਿ ਸਿੱਖ ਦਾ ਮਤਲਬ ਹੁੰਦਾ ਜੀ, ਸੰਸਕ੍ਰਿਤ 'ਚੋਂ ਲਫ਼ਜ਼ ਹੈ ਸ਼ਿਸ਼ਯ। ਸਿੱਖ ਦਾ ਮਤਲਬ ਸ਼ਿਸ਼ਯ ਉਸ ਲੈਵਲ ਦਾ ਨਹੀਂ ਹੈਗਾ। ਸਿੱਖ ਦਾ ਮਤਲਬ ਤਾਂ ਇੱਥੇ ਹੈਗਾ ਸੀਕਰ, ਜਿਹੜਾ ਢੂੰਢਾਊ ਹੈ, ਜਗਿਆਸੂ ਹੈ ਕਿਸੇ ਸੱਚ ਦੇ ਰੂਪ ਦਾ, ਫਿਰ ਉਹਨੂੰ ਸਿੱਖ ਰਿਹਾ। ਇਹ ਰੂਪ ਹੈ ਉਹ। ਜਸਟ ਕਿਸੇ ਜਿਵੇਂ ਇੱਕ ਜਮਾਤ ਵਿੱਚ ਬੈਠ ਕੇ ਤੇ ਉਸ ਤਰੀਕੇ ਦਾ ਇੱਕ ਜਿਹੜਾ ਬਣ ਜਾਂਦਾ, ਇੱਕ ਸ਼ਿਸ਼ ਬਣ ਜਾਂਦਾ, ਉਹ ਚੀਜ਼ ਨਹੀਂ ਇਹਦੇ 'ਚ ਹੈਗੀ। ਉਹ ਤੇ ਸ਼ਿਸ਼ ਤੇ ਗੁਰੂ ਦਾ ਸਿਸਟਮ ਤੋਂ ਚਲਾ ਰਹੇ ਸੀ ਸਾਰੇ ਸਾਰਾ। ਗੁਰੂ ਬਾਬਾ ਜੀ ਨੇ ਕਿਹਾ ਤੇ ਹੰਨੇ ਹੰਨੇ ਮੇਰੀ ਹੈ। ਜਿਹੜਾ ਅੱਜ ਸਿਖਾਂਦਰੂ ਲੱਗਦਾ ਹੈ, ਜਿਹੜਾ ਅੱਜ ਸੀਕਰ ਲੱਗਦਾ, ਜਦੋਂ ਉਸ ਲੈਵਲ 'ਤੇ ਜਾਏਗਾ
वो खुद उस गुरु थॉट ਨੂੰ कैरी कर लेगा। वो की बन जाएगा, अंगत लैने तो अंग रूप बन जाएगा ਉਹਦਾ, ਜਿਵੇਂ ਗ੍ਰੰਥ ਤੇ ਪੰਥ ਨੂੰ ਬਣਾਇਆ ਗੁਰੂ ਉਸ ਰੂਪ ਵਿੱਚ। ਉਹ ਕਹਿੰਦੇ ਜੀ ਇਹ ਗੱਲ ਹੋਰ ਕਿਸਮ ਦੀ ਹੈ, ਇਹਦੇ 'ਚ ਫਿਰ ਗੁਰੂਸ਼ਿਪ ਕੀ ਹੋਈ, ਗੁਰੂ ਕੌਣ ਹੈ ਫਿਰ? ਜਾਂ ਤੁਸੀਂ ਦੱਸੋ ਵੀ ਤੁਸੀਂ ਕਿਸ ਗੁਰੂ ਦੇ ਚੇਲੇ ਹੋ ਜਿੱਥੋਂ ਇਹ ਚੀਜ਼ ਸਾਰੀ ਬਾਤ ਲਿਆ ਰਹੇ ਹੋ ਪਕੜ ਕੇ, ਸਾਰੀ ਗੱਲ ਸਾਨੂੰ ਤੇ ਸਮਝਾਓ। ਕਵਨ ਗੁਰੂ ਜਿਸ ਕਾ ਤੂੰ ਚੇਲਾ, ਜਦੋਂ ਨਾ ਸਾਰਾ ਸਵਾਲ ਪੁੱਛਿਆ ਬਾਬਾ ਨਾਨਕ ਜੀ, ਬਾਬਾ ਜੀ ਨੇ ਕਿਹਾ ਬੜਾ ਸਰ ਲਿਆ, ਇੱਕੋ ਗੁਰੂ ਹੈ, ਸ਼ਬਦ ਗੁਰੂ। ਗੁਰੂ ਸਰੀਰ ਨਹੀਂ, ਗੁਰੂ ਕੋ ਉਸ ਰੂਪ ਵਿੱਚ ਨਹੀਂ, ਗੁਰੂ ਤੇ ਸ਼ਬਦ ਆ। ਸੁਰਤ ਧੁਨ ਚੇਲਾ, ਉਹਦੀ ਅਧੀਨਗੀ ਸੁਰਤ ਤੇ ਧੁਨ ਦੇ ਵਿੱਚੋਂ ਆਏਗੀ। ਇਹ ਲੈਵਲ ਕੀ ਹੈ? ਇਹ ਲੈਵਲ ਇਹ ਹੈ, ਸਰੀਰਾਂ ਦੇ ਵਿੱਚ ਜੀਣਾ ਹੈ, ਸਰੀਰਾਂ ਵਿੱਚ ਰਹਿਣਾ ਹੈ, ਸਰੀਰਾਂ ਨਾਲ ਉਸ ਰੂਪ ਸਾਰਾ ਕਾਰਜਸ਼ੀਲਤਾ ਹੋਣੀ ਹੈ, ਪਰ ਸਾਂਝ ਜਿਹੜੀ ਹੈ ਉਹ ਬਿਯੋਂਡ ਦਿਸ ਫਿਜ਼ੀਕਲ ਸਟਰਕਚਰ ਆ। ਉਹ ਕੀ ਹੈਗੀ ਹੈ? ਉਹ ਹੈਗੀ ਹੈ ਉਸ ਵਿਚਾਰਧਾਰਾ, ਉਸ ਸੋਚ, ਉਸ ਸੁਰਤ, ਉਸ ਲਿਵ, ਉਸ ਧੁਨ ਨੂੰ ਜਿਹਦੇ ਨਾਲ ਮਨੁੱਖੀ ਜੀਵਨ ਦਾ ਸੁਚੱਜੇ ਰੂਪ ਵਿੱਚ ਕਲਿਆਣ ਮੁਨਾਸਬ ਹੈ, ਹੋ ਸਕਦਾ ਹੈ। ਸੋ ਇਹਨੂੰ ਸਾਹਿਬ ਪਾਤਸ਼ਾਹ ਜੀ ਨੇ ਵਾਰ-ਵਾਰ ਸਮਝਾਇਆ। ਤੇ ਪਰ ਫਿਰ ਵੀ ਅੱਜ ਦੀ ਦੁਨੀਆ ਦੇ ਵਿੱਚ ਵੀ ਡੇਰਾਵਾਦ ਚੱਲ ਰਿਹਾ, ਗੁਰੂਡਮ ਚੱਲ ਰਿਹਾ, ਜਗ੍ਹਾ ਜਗ੍ਹਾ ਤੁਹਾਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਤੇ ਲੋਕ ਇਹ ਕਹਿੰਦੇ ਨੇ ਕਿ ਭਾਈ ਸ਼ਖਸੀ ਗੁਰੂ ਚਾਹੀਦਾ, ਸ਼ਖਸੀ ਗੁਰੂ ਦੇ ਉਸ ਰੂਪ ਦੇ ਵਿੱਚ। ਤੇ ਇਹੋ ਇਹਨਾਂ ਸ਼ਬਦਾਂ ਦੀ ਜਿਹੜੀ ਇਹਨਾਂ ਲਾਈਨਾਂ ਦੀ ਕਈ ਵਾਰੀ ਬਾਤ ਵੀ ਕਹਿ ਦਿੱਤੀ ਜਾਂਦੀ ਹੈ। ਤੇ ਉਹ ਗੁਰੂ ਸਾਹਿਬ ਤੇ ਆਪ ਕਹਿ ਰਹੇ ਨੇ, ਗੁਰੂ ਕੇ ਚਰਨਾਂ ਦਾ ਮਨ ਨੂੰ ਧਿਆਨ ਧਰਨਾ ਚਾਹੀਦਾ। ਧਿਆਨ ਕਿਹਦਾ ਧਰਨਾ ਹੈਗਾ? ਤੇ ਈਵਨ ਹਾਲਾਂਕਿ ਧਿਆਨ ਉਤਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ, ਉਹਦਾ ਧਿਆਨ ਉਤਰੋ ਮਨ ਦੇ ਵਿੱਚ ਜਿਹਦਾ ਅਮਿਤੋਜ, ਸਾਰੀ ਅਮਿਤੋਜ ਰੌਸ਼ਨੀ, ਪ੍ਰਕਾਸ਼ਨਾ, ਸ਼ਬਦ ਦੀ ਬਾਤ ਵੀ ਇਹ ਹੋਏਗੀ ਇਹਦੇ 'ਚ, ਜਿਹਦੇ ਕਰਕੇ ਸਭ ਚੀਜ਼ਾਂ ਰੌਸ਼ਨ ਉਸ ਰੂਪ ਵਿੱਚ ਹੋ ਰਹੀਆਂ ਨੇ। ਰੌਸ਼ਨੇ ਮੀਨਾਰ ਹੈ ਜਿਹੜਾ ਚਾਰ ਛਪੇਰੇ, ਉਸ ਰੂਪ ਜਿਹੜਾ ਫੈਲਾਅ ਵਿੱਚ ਹੈ। ਇੱਥੇ ਉਹਨੂੰ ਸਾਹਿਬ ਪਾਤਸ਼ਾਹ ਨੇ ਗੁਰ ਕੇ ਚਰਨ ਕਮਲ, ਹੁਣ ਚਰਨ ਤੇ ਹੋ ਸਕਦਾ ਕਿਸੇ ਦੇ ਹੋਣ, ਪਰ ਕਮਲ, ਕੌਲ, ਕੌਲ ਦਾ ਫੁੱਲ। ਹਾਂ, ਅੱਗੇ ਵੀ ਇੱਕ ਦਿਨ ਇਸੇ ਹਾਜ਼ਰੀ 'ਚ ਬਾਤ ਹੋਈ ਸੀ। ਕੌਲ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਤੀਕ ਹੈ। ਜਿਹੜਾ ਲੋਟਸ ਫਲਾਵਰ ਆ, ਬਹੁਤ ਸਾਰੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦਾ ਆ। ਪਹਿਲੀ ਰਿਪਰੈਜ਼ੈਂਟੇਸ਼ਨ ਉਹਦੀ ਇਹ ਹੈ ਕਿ ਉਹ ਗੰਦਗੀ ਦੇ ਵਿੱਚ ਹੀ ਪੈਦਾ ਹੁੰਦਾ ਹੈ। ਜਿੱਥੇ ਪਾਣੀ ਵੱਧ ਜਾਏ, ਗਲਗਲ ਦਲਦਲ ਵੱਧ ਜਾਏ, ਸਵੈਂਪ ਵੱਧ ਜਾਏ, ਇਸ ਤਰੀਕੇ ਦਾ ਬਣ ਜਾਏ, ਉੱਥੇ ਹਰ ਚੀਜ਼ ਗਲ ਜਾਂਦੀ ਹੈ, ਹਰ ਚੀਜ਼ ਗਰਕ ਹੋ ਜਾਂਦੀ ਹੈ। ਮਗਰ ਇੱਕ ਚੀਜ਼, ਕੌਲ ਦਾ ਫੁੱਲ, ਉਹ ਉੱਥੇ ਖਿੜਦਾ ਪੂਰੀ ਤਰ੍ਹਾਂ। ਇਹ ਦੁਨੀਆ, ਸੰਸਾਰ, ਈਵਨ ਸਿੱਖ ਇੰਸਟੀਟਿਊਸ਼ਨ ਵਿੱਚ ਬੈਠੇ ਅਸੀਂ ਬਾਤ ਕਰੀਏ, ਇਹਦੇ ਹੀ ਤੁਸੀਂ ਦੇਖਦੇ ਹੈਗੇ ਹੋ ਸਿੱਖ ਇੰਸਟੀਟਿਊਸ਼ਨ ਦੇ ਵਿੱਚ ਲੋਕੀ, ਪੀਪਲ ਆਰ ਨੋਟ ਹੈਪੀ ਵਿਦ ਐਕਚੁਅਲੀ ਮੈਨੇਜਮੈਂਟਸ, ਪੀਪਲ ਆਰ ਨੋਟ ਹੈਪੀ ਵਿਦ their actually staff, with their system, there are so many things, but ਇਹ ਸਾਰਾ ਦਾ ਸਾਰਾ ਜੇ ਉਸ ਲੈਵਲ ਤੇ ਲਿਆ ਜਾਏ, ਇਸ ਸਭ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਗੁਰਮਤ ਦੀ ਰੌਸ਼ਨੀ ਹੈ, ਜਿਵੇਂ ਬਾਣੀ ਹੈ, ਸੰਦੇਸ਼ ਹੈ, ਉਪਦੇਸ਼ ਹੈ, ਜਿਹੜਾ ਉਹ ਸਾਰੀ ਚੀਜ਼ ਹੈ ਉਹ ਤੇ ਇਹਦੇ ਵਿੱਚ ਹੀ ਮੌਜੂਦ ਹੈ ਨਾ। ਤੁਸੀਂ ਉਸ ਤੋਂ ਕਿਵੇਂ ਬਾਗੀ ਹੋ ਸਕਦੇ? ਇਹ ਸੰਸਾਰ ਵੀ ਇਸੇ ਤਰ੍ਹਾਂ ਹੈ। ਸੰਸਾਰ ਦੇ ਵਿੱਚ ਜਿਹੜਾ ਕੂੜ ਆ, ਜਿਹੜੀ ਬੇਈਮਾਨੀ ਹੈ, ਧੋਖਾ ਆ, ਠੱਗੀ ਹੈ, ਫਰੇਬ ਹੈ, ਹਰ ਤਰ੍ਹਾਂ ਦੀ ਅਲਾਮਤ ਤੇ ਮੌਜੂਦ ਹੈ। ਪਰ ਇਹਦੇ ਵਿੱਚ ਹੀ ਰੱਬ ਦੇ ਭੈ ਵਿੱਚ ਰਹਿਣ ਵਾਲੇ ਲੋਕ, ਰੱਬੀ ਦਾਮਨ ਦਾ ਸਾਥ ਫੜਨ ਵਾਲੇ ਲੋਕ, ਸ਼ੁਭ ਗੁਣਾਂ ਨਾਲ ਪ੍ਰਣਾਏ, ਉਹ ਵੀ ਤੇ ਵਿੱਚ ਹੀ ਨੇ। ਕੌਲ ਦੇ ਫੁੱਲ ਦੀ ਤਰ੍ਹਾਂ ਉਹ ਵੀ ਤੇ ਵਿੱਚ ਹੀ ਖਿੜੇ ਨੇ ਉਸ ਰੂਪ ਦੇ ਵਿੱਚ। ਇਹਨਾਂ ਚੀਜ਼ਾਂ ਤੇ ਵੀ ਧਿਆਨ ਜਿਹੜਾ ਹੈਗਾ ਉਹ ਮੰਜ਼ਰਿਆਮ ਕਰਨ ਦੀ ਲੋੜ ਹੈ। ਹੁਣ ਜਿਹੜੀ ਬਾਤ ਹੋ ਰਹੀ ਸਾਰੇ ਦੇ ਵਿੱਚੋਂ ਅਸੀਂ ਉਸ ਢੰਗ ਨਾਲ ਦੇਖਦੇ ਹਾਂ, ਉਹ ਹੈ ਕਿ ਜੋ ਸਾਹਿਬ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਤੁਸੀਂ ਕੌਲ ਦੇ ਫੁੱਲ, ਮੈਂ ਕਿਹਾ ਰਿਪਰੈਜ਼ੈਂਟੇਸ਼ਨ ਉਹਦੀ ਕਈ ਲੈਵਲ ਤੇ, ਇੱਕ ਤੇ ਹੈ ਕਿ ਦਲਦਲ ਵਿੱਚ ਹੋ ਰਿਹਾ, ਦੂਸਰਾ ਕੌਲ ਦੇ ਫੁੱਲ ਨੂੰ ਦੇਖੋਗੇ ਉਹ ਰਿਪਰੈਜ਼ੈਂਟੇਸ਼ਨ ਦੇ ਰਿਹਾ ਹੈ। ਕੌਲ ਦੇ ਫੁੱਲ ਦੀਆਂ ਪੰਖੜੀਆਂ ਬਹੁਤ ਕੋਜ਼ੀ ਤੇ ਮੁਲਾਇਮ ਹੁੰਦੀਆਂ ਨੇ, ਨਰਮ। ਜਿਹੜੀ ਸ਼ੁਭਤਾ ਆ, ਜਿਹੜੇ ਗੁਣ ਨੇ, ਉਹ ਬੜੇ ਨਰਮ ਤੇ ਮੁਲਾਇਮ ਨੇ ਜੀਵਨ ਦੇ ਵਿੱਚ। ਜਿਵੇਂ ਆਪ ਸਪੋਜ਼ ਕਰੋ, ਹੇਟ ਦੇ ਮੁਕਾਬਲੇ ਜਿਹੜਾ ਕੰਪੈਸ਼ਨੇਟ ਹੋਣਾ ਆ, ਉਹ ਕਿੰਨਾ ਸ਼ੁਭ ਤੇ ਕਿੰਨਾ ਮੁਲਾਇਮਤਾ ਨਾਲ ਭਰਿਆ ਹੋਇਆ ਹੈ। ਉਹ ਕਠੋਰਤਾ ਨੂੰ ਮਾਰ ਦਿੰਦਾ, ਤੋੜ ਦਿੰਦਾ ਆ। ਉਹ ਬਿਲਕੁਲ ਬੰਦੇ ਈਵਨ ਸਭ ਨੇ ਬਿਆਨ ਕੀਤਾ ਨਾ, ਵੀ ਅਨਕ ਯਤਨ ਕਰ ਆਤਮ ਨਹੀਂ ਦਰਵੈ। ਦਰਵਣਾ ਕੀ ਹੁੰਦਾ? ਲਿਕਵਿਡ ਹੋ ਜਾਣਾ, ਮੁਲਾਇਮਤਾ।
ਕਿਸੇ ਦਾ ਦਰਦ, ਕਿਸੇ ਦੀ ਪੀੜਾ, ਕਿਸੇ ਦੀ ਵੇਦਨ, ਕਿਸੇ ਦੀ ਤਕਲੀਫ ਦੇਖੀ, ਅੰਦਰ ਇੱਕਦਮ ਪਸੀਜ ਗਿਆ। ਉਹ ਇਹਦੀ ਮਦਦ ਕੀਤੀ ਜਾਏ, ਇਹਦੀ ਬਾਂਹ ਫੜੀ ਜਾਏ, ਇਹਨੂੰ ਹੈਲਪ ਪਹੁੰਚਾਈ ਜਾਏ। ਇਸ ਕਿਸਮ ਦੀ ਚੀਜ਼ ਜਿਹੜੀ ਹੈ, ਇਹ ਸਾਰੀ ਇਹ ਰਿਪਰੈਜ਼ੈਂਟੇਸ਼ਨ ਕੌਲ ਦੇ ਫੁੱਲ ਦੀ ਇੱਥੋਂ ਆ ਰਹੀ ਹੈ। ਇਸ ਲੈਵਲ ਤੇ ਇਹ ਕਮਲ ਜਿਹੜਾ ਆ, ਉਹ ਸ਼ੁਭਤਾ ਜਿਹੜੀ ਮਾਸੂਮੀਅਤ ਲੈ ਕੇ ਆਏ, ਕਮਸਿਨਤਾ ਲੈ ਕੇ ਆਏ, ਉਹ ਮੁਲਾਇਮ ਗੁਣ ਸਾਡੇ ਅੰਦਰ ਆ ਸਕਣ। ਗੁਰੂ ਕੇ ਚਰਨ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਸ ਰੂਪ ਦੇ ਵਿੱਚ। ਫਿਰ ਅਗਲੀ ਬਾਤ ਇਹ ਆ, ਉਹਦੇ 'ਚ ਖੁਸ਼ਬੂ ਹੈ। ਜਦੋਂ ਭਗਤ ਕਬੀਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਨਾ, ਉਹ ਜ਼ਿਕਰ ਕਰਦੇ ਨੇ ਕਿ ਜਦੋਂ ਸੱਚ ਦੇ ਰਾਹ 'ਤੇ ਤੁਰਿਆ ਤੇ ਉਦੋਂ ਇਹ ਹੋਇਆ ਕਿ ਕਹੋ ਕਬੀਰ ਮਨ ਮਾਨਿਆ, ਮਨ ਮਾਨੈ ਲੋਕ ਨਾ ਭਤੀਜੈ। ਮਨ ਮੰਨਣ ਨਾਲ ਲੋਕ ਤੇ ਨਹੀਂ ਭਤੀਜਦੇ। ਜਿਹੜਾ ਸੱਚ ਦੇ ਰਾਹ ਦਾ ਰਾਹਗੀਰ ਆ, ਉਹਨੂੰ ਕਈ ਵਾਰੀ ਲੋਕ ਉਸ ਲੈਵਲ ਤੇ ਸਵੀਕਾਰ ਨਹੀਂ ਕਰਦੇ। ਪਰ ਉਹਨੇ ਵੀ ਜ਼ਿਕਰ ਕੀਤਾ ਕਿ ਇੱਕ ਚੀਜ਼ ਚੇਤੇ ਰੱਖੀ, ਜਦੋਂ ਕਿਤੇ ਰਤਨ ਜੋਹਰਾਤ ਤੇ ਗੁਣ ਕਿਤੇ ਪੈਦਾ ਹੋਏ, ਰਤਨ ਲੁਕਾਇਆ ਲੁਕੈ ਨਾਹੀ। ਇਹ ਲੁਕਦਾ ਨਹੀਂ, ਇਹ ਛੁਪਦਾ ਨਹੀਂ। ਜੇ ਕੋ ਰੱਖੈ ਲੁਕਾਈ। ਫੁੱਲ ਖਿੜਿਆ ਹੋਏ, ਤੁਸੀਂ ਉਹਦੇ ਜਿਹੜਾ ਹੈਗਾ ਅੱਗੇ ਵੱਡੀ ਸਾਰੀ ਦੀਵਾਰ ਬਣਾ ਦਿਓ, ਉਹਦੀ ਖੁਸ਼ਬੂ ਜਿਹੜੀ ਹੈ, ਉਹ ਦੀਵਾਰ ਉਹਨੂੰ ਰੋਕ ਥੋੜਾ ਸਕਦੀ ਹੈ। ਉਹ ਦੀਵਾਰ ਦੀ ਮੁਹਤਾਜੀ ਨਹੀਂ ਮੰਨਦੀ, ਉਹ ਵਾੜ ਦੀ ਮੁਹਤਾਜੀ ਨਹੀਂ ਮੰਨਦੀ, ਉਹ ਪਾਰ ਕਰ ਜਾਂਦੀ ਹੈ। ਜਿਹੜਾ ਗੁਰੂ ਕੇ ਚਰਨ ਕਮਲ ਨੇ, ਜਿਹੜੀ ਸ਼ੁਭਤਾ ਆ, ਬੰਦੇ ਨੂੰ ਆਪਣੇ ਆਪ ਵਿੱਚੋਂ ਵੀ ਬੜੇ ਧਿਆਨ ਨਾਲ ਦੇਖੋਗੇ ਤੁਸੀਂ। ਬੰਦਾ ਇਹੋ ਜਿਹੇ ਕੰਮ ਕਰੇ, ਇਹੋ ਜਿਹੀਆਂ ਸੋਚਾਂ ਨੂੰ ਅਪਣਾ ਲਏ, ਇਹੋ ਜਿਹਾ ਜੀਵਨ ਧਾਰਨ ਕਰ ਲਵੇ ਜਿਹਦੇ ਸਦਕਾ ਆਪਣੇ ਆਪ ਤੋਂ ਆਪ ਖੀਣ ਆਉਣੀ ਸ਼ੁਰੂ ਹੋ ਜਾਏ, ਨਫ਼ਰਤ ਆਪਣੇ ਆਪ ਤੋਂ ਸੜਹਾਂਦ ਆਉਣੀ ਸ਼ੁਰੂ ਹੋ ਜਾਏ, ਬਦਬੂ। ਇਹ ਬਦਬੂ ਲਿਟਰਲੀ ਉਸ ਬਾਡੀ ਆਰਡਰ ਦੀ ਗੱਲ ਨਹੀਂ ਹੋ ਰਹੀ, ਐਕਚੁਅਲ ਲੈਵਲ ਤੇ ਅੰਦਰ ਦੀ ਉਹ ਬਾਤ ਹੋ ਰਹੀ ਹੈ ਜਿਹੜੀ ਅੰਦਰ ਵਿਚਾਰਾਂ ਖਿਆਲਾਂ ਵਿੱਚੋਂ ਆ ਰਹੀ ਹੈ। ਗਿਲਟੀ ਜਿਹਨੂੰ ਫੀਲ ਕਰਨਾ ਕਹਿੰਦੇ, ਗਿਲਟ ਆਉਂਦਾ ਹੈ। ਅਸੀਂ ਤਾਂ ਹਰ ਰੋਜ਼ ਚੜ੍ਹਦੀ ਸਵੇਰ ਕਾਉਂਸਲਿੰਗ ਸਾਈਟਸ 'ਤੇ ਇਸੇ ਚੀਜ਼ਾਂ ਨਾਲ ਡੀਲ ਕਰਦੇ ਲੋਕਾਂ ਨੂੰ ਦੇਖਦੇ ਹਾਂ। ਪੀਪਲ ਆਰ ਫੁੱਲ ਵਿਦ ਗਿਲਟ, ਫੁੱਲ ਵਿਦ ਸਮ ਕਾਈਂਡ ਆਫ ਸਿਨ, ਫੁੱਲ ਵਿਦ ਸਮ ਕਾਈਂਡ ਆਫ regrets, some kind of bad doing, whatever they have done now, they have just consequences, they have just feelings. ਇਹ ਜਿਹੜੀ ਸਾਰੀ ਦੀ ਸਾਰੀ ਬਾਤ ਹੈ ਬੰਦੇ ਨੂੰ ਤੰਗ ਕਰਦੀ। ਹੁਣ ਇਹ ਕੀ ਹੈ, ਇੱਕ ਜਿਵੇਂ ਹਮਕ ਨੱਕ ਦੇ ਵਿੱਚੋਂ ਬੰਦੇ ਨੂੰ ਜਿਵੇਂ ਨੱਕ ਸਾਡੇ ਅੰਦਰੋਂ ਖਮਕ ਜਾਂਦੀ ਨਾ ਅੰਦਰ ਹਰ ਤਰ੍ਹਾਂ ਦੀ, ਐਕਚੁਅਲੀ ਸਾਡੇ ਅੰਦਰ ਦੀ ਹਮਕ ਵੀ ਜਾ ਰਹੀ ਹੁੰਦੀ ਹੈ। ਅਸੀਂ ਅੰਦਰ ਕਿਵੇਂ, ਅੰਦਰ ਸਭ ਕੀ ਚੱਲ ਰਿਹਾ ਇਸ ਤਰੀਕੇ ਦੇ ਨਾਲ। ਇਹਦੇ ਬਾਬਤ ਹੈ ਤੇ ਬੜੀ ਮੁਹਿੰਮ ਜੀ ਬਾਤ ਪਰ ਕਹਿ ਕੇ ਫਿਰ ਬਚਨ ਤੇ ਵਾਪਸ ਆ ਜਾਣਾ। ਬਕੌਲ ਮਸਕੀਨ ਜੀ ਫਿਰ ਬਾਤ ਕਰਦਾ ਆ, ਉਸ ਜੀਵਨ ਦੇ ਆਖਰੀ ਸਮੇਂ ਦੇ ਵਿੱਚ ਉਹਨਾਂ ਕੁਝ ਬਾਤਾਂ ਬੜੇ ਕਮਾਲ ਦੀਆਂ ਦੱਸਦੇ ਹੁੰਦੇ ਸੀ। ਉਹ ਇੱਕ ਬਾਤ ਦੱਸਦੇ, ਉਹ ਕਹਿੰਦੇ ਕੋਈ ਮੇਰੇ ਕੋਲ ਸੱਜਣ ਆਇਆ ਤੇ ਉਹ ਆ ਕੇ ਮੈਨੂੰ ਆ ਕੇ ਸਲਾਮ ਵਾਲੇਕਮ ਕਹਿੰਦਾ ਤੇ ਸਾਰੀ ਕਿਸ ਕਿਸਮ ਦੀ ਬਾਤ ਹੁੰਦੀ ਹੈ। ਤਾਂ ਮੈਂ ਸੋਚਿਆ ਵੀ ਸ਼ਾਇਦ ਕੋਈ ਕਈ ਵਾਰੀ ਉਹਨਾਂ ਦੀ ਸਰੋਤ ਲੈਵਲ ਬੜਾ ਵੱਡਾ ਸੀਗਾ, ਵੀ ਉਸ ਕੋਈ ਹੋਣਾ ਹੈ ਜਿਹੜਾ ਕਥਾ ਵਗੈਰਾ ਕਥਾ ਸੁਣਦਾ ਹੋਏਗਾ, ਵਿਚਾਰ ਸੁਣਦਾ ਹੋਏਗਾ ਅਤੇ ਉਸ ਤਰੀਕੇ ਨਾਲ ਆਪਣਾ ਪਿਆਰ ਦਾ ਇਜ਼ਹਾਰ ਕਰਨਾ ਹੈ। ਕਹਿੰਦੇ ਜੀ ਮੈਂ ਉਹਨੂੰ ਵਾਲੇਕਮ ਸਲਾਮ ਕਿਹਾ ਅਤੇ ਮੈਂ ਕਿਹਾ ਠੀਕ ਹੈ ਭਾਈ, ਹੋਰ ਕੁਛ ਸਭ ਠੀਕ ਹੈ ਇਸ ਕਿਸਮ ਦੇ ਨਾਲ। ਉਹ ਕਹਿੰਦਾ ਲੱਗਦਾ ਤੁਸੀਂ ਮੈਨੂੰ ਪਹਿਚਾਨਿਆ ਨਹੀਂ। ਉਹ ਕਹਿੰਦੇ ਜੀ ਨਹੀਂ, ਇਮਾਨਦਾਰੀ ਨਾਲ ਦੱਸਦਾ ਮੈਂ ਚਿਹਰਾ ਮੋਹਰਾ ਨਹੀਂ ਪਛਾਣਦਾ ਤੁਹਾਡਾ, ਐਵੇਂ ਝੂਠ ਨਹੀਂ ਬੋਲਦਾ। ਉਹ ਕੁਛ ਉਹਨੇ ਬਚਪਨ ਦੀਆਂ ਗੱਲਾਂ ਦੱਸੀਆਂ, ਉਹ ਦੋ ਚਾਰ ਗੱਲਾਂ ਦੱਸੀਆਂ, ਉਹ ਤੋਂ ਯਾਦ ਆ ਗਿਆ, ਉਹ ਤੂੰ ਤਾਂ ਸਾਡਾ ਸਹਿਪਾਠੀ ਹੈ, ਉਹ ਤੂੰ ਤਾਂ ਸਾਡਾ ਕਲਾਸਮੇਟ ਰਿਹਾ ਹੈ। ਸਾਰੀ ਬਾਤ ਸਮਝ ਆ ਗਈ। ਉਹ ਕਹਿੰਦੇ ਹਾਂ। ਖੈਰ ਦੋ ਚਾਰ ਗੱਲਾਂ ਹੋਰ ਹੋਈਆਂ। ਫਿਰ ਉਹਨਾਂ ਬਾਤ ਕੀਤੀ, ਕਹਿਣ ਲੱਗਾ ਗੱਲ ਇਹ ਹੈ ਕਿ ਤੁਹਾਨੂੰ ਇੱਕ ਹੋਰ ਲੜਕੇ ਦਾ ਨਾਂ ਯਾਦ ਹੈ, ਫਲਾਂ ਦਾ ਬੜਾ ਸ਼ਰਾਰਤੀ ਲੜਕਾ ਹੁੰਦਾ ਸੀ ਇਸ ਤਰੀਕੇ। ਉਹ ਕਹਿੰਦੇ ਹਾਂ ਬੜੀ ਚੰਗੀ ਤਰ੍ਹਾਂ। ਕੋਈ ਹੋਰ ਚੀਜ਼ ਯਾਦ? ਉਹ ਕਹਿੰਦੇ ਯਾਦ ਆ, ਉਹ ਜਦੋਂ ਉਹਨੇ ਫਲਾਣ ਜਮਾਤ ਦੇ 'ਚ ਪੜ੍ਹਦਿਆਂ ਹੋਇਆਂ ਆਹ ਵਾਲਾ ਜਿਹੜਾ ਹੈਗਾ ਕਿਸੇ ਬੱਚੇ ਦਾ ਚਾਂਦੀ ਦਾ ਸਿੱਕਾ ਸੀਗਾ ਤੇ ਉਹ ਚੱਕ ਲਿਆ ਅਤੇ ਉਹ ਮੁੜ ਕੇ ਟੀਚਰ ਨੇ, ਉਸਤਾਦ ਨੇ ਇੰਨਾ ਮਾਰਿਆ ਮਾਸਟਰ ਨੇ, ਪਰ ਉਹ ਵਕਤ ਮੰਨਿਆ ਨਹੀਂ। ਮੈਨੂੰ ਅੱਜ ਵੀ ਯਾਦ ਹੈ ਉਹ ਸਾਰਾ ਕੁਛ। ਉਹ ਜਦੋਂ ਇਹ ਗੱਲ ਹੋਈ ਤਾਂ ਉਹ ਕਹਿੰਦਾ ਵੀ ਮਸਕੀਨ ਜੀ ਮੰਨਦਾ ਕਿਵੇਂ, ਕਿਉਂਕਿ ਉਹਨੇ ਚੱਕਿਆ ਹੀ ਨਹੀਂ ਸੀਗਾ। ਕਹਿੰਦੇ ਅੱਛਾ ਕਮਾਲ ਹੋ ਗਈ, ਤੈਨੂੰ ਕਿਵੇਂ ਪਤਾ? ਕਹਿੰਦਾ ਕਿਉਂਕਿ ਜੋ ਮੈਂ ਚੱਕਿਆ ਸੀ। ਉਹ ਕਹਿੰਦਾ ਕਮਾਲ ਆ, ਤੂੰ ਹੀ ਬੜਾ ਉਸਤਾਦ ਹੈ ਬਾਈ, ਪਤਾ ਹੀ ਲੱਗਣ ਦਿੱਤਾ ਹੈ ਤੇ ਅੱਜ ਪਤਾ ਲੱਗਾ, ਤੂੰ ਦੱਸਿਆ ਨਹੀਂ ਤਾਂ ਅਸੀਂ ਤਾਂ ਇੱਥੇ ਸੋਚਦੇ ਰਹੇ। ਮੈਂ ਸੋਚਦਾ ਰਿਹਾ ਵੀ ਉਹ ਦੇਖੋ ਕਿੰਨਾ ਡਾਢੀ ਹੱਡੀ ਸੀ, ਵੀ ਇਹ ਚੱਕ ਵੀ ਲਿਆ ਤੇ ਮਾਸਟਰ ਨੇ ਮਾਰਿਆ ਵੀ ਤੇ ਮੰਨਿਆ ਨਹੀਂ। ਉਹ ਕਹਿੰਦਾ ਜੀ ਉਹ ਮੰਨਦਾ ਕਿਵੇਂ, ਤਾਂ ਮੈਂ ਚੱਕਿਆ ਸੀ।
कहते चलो खैर 2-4 गल्लां हो रही। कहने गल है जिहदे करके आए स्पैशली, उम्र बीत गई, अखीरले पड़ाਅ ते आ गए ऑलमोस्ट। हुण हालत यह है, हुण हथ दुआवां च चुकदा, हुण फरियादां करदा, हुण तो उस रूप दे समा उस पासे लाउणा चाहुंदा, पर कोई दुआ, कोई फरियाद, कोई उस किस्म की इबादत नहीं होंदी। क्यों? कहंदे जदों हथ चुकदा, पढ़दा कलमे आ ते कलमे नहीं सुणदे, ਉਹਦੀਆਂ ਚੀਕਾਂ ਸੁਣਦੀਆਂ ਨੇ, ਉਹਦਾ ਰੋਣਾ ਸੁਣਦਾ ਹੈ, ਰੁਦਨ ਸੁਣਦਾ ਹੈ, ਬੜਾ ਪਰੇਸ਼ਾਨ ਹੈ। ਤੁਹਾਡੇ ਕੋਲ ਆਇਆ, ਇਹਦਾ ਹੱਲ ਦੱਸੋ। ਐਕਚੁਅਲੀ ਆਹ ਗਿਲਟ ਹੈ, ਇਹ ਹੈ ਜਿਹੜੀ ਉਹ ਅੰਦਰ ਬਦਬੂ ਹੈ, ਉਹਦਾ ਕੀ ਕਰੋਗੇ? ਇਹਦੇ ਬਾਬਤ ਦੇਖੋ ਗੱਲ ਇਹ ਹੈ, ਮੋਸਟ ਆਫ ਅਸ ਯੂਜ਼ some kind of ਜਿਹੜਾ ਹੈਗਾ ਸਪਰੇਜ਼ ਔਰ some kind of ਜਿਹੜੇ ਹੁੰਦੇ ਨੇ ਉਸ ਤਰੀਕੇ ਦੇ ਨਾਲ ਬਾਡੀ ਆਰਡਰਸ ਨੂੰ ਦੂਰ ਕਰਨ ਵਾਸਤੇ, ਹੈਲਪ ਲੈਣ ਵਾਸਤੇ ਕੁਝ ਸਾਰੀਆਂ ਖੁਸ਼ਬੂਆਂ ਵਗੈਰਾ ਇਤਰ ਫਲੇਰ। ਤੋ ਕਰਦੇ ਕੀ ਨੇ? ਉਹ ਐਕਚੁਅਲੀ ਜਿਹੜੀ ਖੁਸ਼ਬੂ ਹੁੰਦੀ ਹੈ ਬਾਡੀ ਦੀ, ਉਸ ਚੀਜ਼ ਦੀ, ਉਹਨੂੰ ਦਬਾ ਲੈਂਦੇ ਨੇ, ਉਹਦੇ ਉੱਤੇ ਜਿਹੜਾ ਟੇਕ ਓਵਰ ਕਰ ਲੈਂਦੇ ਨੇ। ਇਹੀ ਕੰਮ ਜਿਹੜਾ ਹੈਗਾ ਡਿਓਡਰੈਂਟਸ ਵਗੈਰਾ ਦਾ ਹੁੰਦਾ ਆ। ਹੁਣ ਇਹ ਜਿਹੜੀ ਚੀਜ਼ ਆ, ਇਹ ਕੀ ਹੈ? ਜੀਵਨ ਦੇ ਵਿੱਚ ਜਿੰਨੀ ਬਦਬੂ, ਸੁਡਹਾਂਦ, ਜੋ ਕੁਛ ਆ, ਜਦੋਂ ਤੁਸੀਂ ਇੱਕ ਇੰਸਟੀਟਿਊਸ਼ਨ ਤੋਂ ਗੁਰੂ ਇੰਸਟੀਟਿਊਸ਼ਨ ਨੂੰ ਫੋਲੋ ਕਰੋਗੇ, ਤਾਂ ਖੰਡੇ ਬਾਟੇ ਦੀ ਪੌਲ ਦਿੱਤੀ ਜਾਂਦੀ ਕਿ ਅੱਜ ਤੋਂ ਬਾਅਦ ਤੇਰਾ ਕਰਮ ਨਾਸ। ਬੰਦਾ ਇੱਕ ਲੈਵਲ 'ਤੇ ਸੈਟਿਸਫਾਈਡ ਹੁੰਦਾ, ਕੋਈ ਹੈ ਮੇਰੀ ਬਾਂਹ ਫੜੇਗਾ, ਮੈਨੂੰ ਮਾਫ ਕਰੇਗਾ। ਇਹ ਚੀਜ਼ ਹੁੰਦੀ ਹੈ ਕਰਮ ਨਾਸ, ਧਰਮ ਨਾਸ, ਪਿਛਲਾ ਜਨਮ, ਹਰ ਚੀਜ਼ ਨਾਸ, ਨਵੀਂ ਸ਼ੁਰੂਆਤ, ਨਿਊ ਬਿਗਨਿੰਗ। ਆਹ ਚੀਜ਼ ਇੱਕ ਖੁਸ਼ਬੂ ਪੈਦਾ ਕਰਦੀ ਹੈ। ਬੰਦਾ ਇੱਕ ਅਹਿਦ ਲੈ ਕੇ ਇੱਕ ਪਾਸੇ ਤੁਰਦਾ, ਉਸ ਚੀਜ਼ ਨੂੰ ਪੂਰੀ ਤਰ੍ਹਾਂ ਫੋਲੋ ਕਰਦਾ, ਉਸ ਨੂੰ 100% ਵਿਦਾਊਟ ਐਕਚੁਅਲੀ ਡੂਇੰਗ ਐਨੀ ਚੀਟਿੰਗ। ਡੈਫੀਨੇਟਲੀ ਗੁਰੂ ਬੌੜੀ ਕਰਦਾ ਹੈ, ਗੁਰੂ ਜੀਵਨ ਖੁਸ਼ਬੂ ਨਾਲ ਭਰ ਦਿੰਦਾ ਹੈ। ਇਹ ਹੈ ਉਹ ਤਸਵੀਰ, ਉਹ ਹੈ ਚਰਨ ਕਮਲ ਤੇ ਫੋਲੋ ਹੋ ਜਾਣਾ, ਫੋਲੋਵਰ ਹੋ ਜਾਣਾ। ਗੁਰੂ ਅਰਜਨ ਸਾਹਿਬ ਇੱਥੇ ਕਹਿੰਦੇ, ਗੁਰ ਕੇ ਚਰਨ ਕਮਲ ਮਨ ਧਿਆਏ, ਉਹ ਮਨਾ ਉਹਨਾਂ ਚਰਨ ਕਮਲਾਂ ਨੂੰ ਫੜ। ਉਹ ਸ਼ੁਭ ਗੁਣ, ਉਹ ਸ਼ੁਭ ਖਿਆਲ, ਉਹ ਤੇਰੇ ਜ਼ਹਿਨ ਵਿੱਚ, ਤੇਰੇ ਮਨ ਦੀ ਦੁਨੀਆ 'ਚ ਆ ਜਾਣ, ਉਹਦੇ ਬਾਬਤ ਆਪਣੀ ਐਫਰਟ ਪਾ। ਲਿਟਰਲੀ ਤੌਰ 'ਤੇ ਬਾਣੀ 'ਚ ਬਚਨ ਲਿਖਿਆ ਮਹਾਰਾਜ ਕਹਿੰਦੇ ਕੋਈ ਗੁਰੂ ਕੇ ਚਰਨ ਫੜਨਾ ਚਾਹੁੰਦਾ ਹੈ? ਹਾਂ ਮਹਾਰਾਜ, ਮੈਂ ਤੇ ਫਕੜਨਾ ਚਾਹੁੰਦਾ, ਮੇਰੀ ਤੇ ਇੱਛਾ ਆ ਮੈਂ ਗੁਰੂ ਕੇ ਚਰਨਾਂ ਨਾਲ ਜੁੜ ਜਾਵਾਂ। ਤੇ ਸਾਹਿਬ ਕਹਿੰਦੇ ਫਿਰ ਸਿੰਪਲ ਹੀ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇੱਕ ਚੀਜ਼ ਪੱਕੀ ਪੱਲੇ ਬੰਨ ਲੈ। ਕਿਹੜੀ ਪਾਤਸ਼ਾਹ? ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਹਿਰਦੇ ਦੇ ਅੰਦਰ ਚਰਨ ਵਸਾ ਸਤਿਗੁਰੂ ਦੇ। ਕਿਵੇਂ ਵਸਾਏਗਾ? ਸ਼ਬਦ ਦੇ ਜ਼ਰੀਏ, ਸ਼ਬਦ ਵਸਾ। ਬਾਣੀ ਪੜ੍ਹ, ਬਾਣੀ ਸੁਣ, ਬਾਣੀ ਦਾ ਪੈ ਭਾਵ ਆਪਣੇ ਮਨ ਦੀ ਦੁਨੀਆ 'ਚ ਲੈ ਆ, ਕਲਿਆਣ ਹੋਏਗਾ ਤੇਰਾ। ਆ ਰੂਪ ਆ। ਇਹਨੂੰ, ਇਸ ਚੀਜ਼ ਨੂੰ ਇਮਾਨਦਾਰੀ ਨਾਲ ਅਡਾਪਟ ਕਰੋ, ਅਪਣਾਓ। ਗੁਰੂ ਜੀਵਨ ਨੇ ਸ਼ੁੱਧਤਾ ਲੈ ਕੇ ਆਏਗਾ। ਜਿਵੇਂ ਕਮਲ ਦਾ ਫੁੱਲ, ਲੋਟਸ ਫਲਾਵਰ ਜਿਹੜਾ ਆ, ਉਹ ਸ਼ੁਭਤਾ ਦਾ ਪ੍ਰਤੀਕ ਹੈ, ਅੱਛਾਈ ਦਾ, ਚੰਗਿਆਈ ਦਾ, ਸਭ ਚੀਜ਼ ਇਸ ਚੀਜ਼ ਤੇਰੇ ਅੰਦਰ ਪ੍ਰਵਿਰਤ ਹੋਏਗੀ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ। ਦੁੱਖ ਦਰਦ ਸਿਰਫ ਫਿਜ਼ੀਕਲ ਨਹੀਂ ਹੁੰਦਾ। ਫਿਜ਼ੀਕਲੀ ਤੇ ਬੰਦੇ ਨੂੰ ਪੀੜਾ, ਵੇਦਨ, ਵੂੰਡਸ ਹੋ ਜਾਂਦਾ, ਹਰਟ ਹੋ ਜਾਂਦਾ, ਕੁਝ ਚੀਜ਼ਾਂ ਹੁੰਦੀਆਂ ਨੇ। ਇਹ ਜੇ ਬੰਦਾ ਮੈਂਟਲੀ ਸਟਰੋਂਗ ਆ ਤੇ ਉਹ ਚੀਜ਼ਾਂ ਅਸਰ ਵੀ ਨਹੀਂ ਕਰਦੀਆਂ। ਇਹ ਸਹੀ ਲੈਵਲ ਤੇ ਬਾਤ ਕੀਤੀ ਜਾਂਦੀ ਹੈ। ਬੰਦਾ ਮਨ ਕਰਕੇ ਡਿੱਗਦਾ, ਤਨ ਕਰਕੇ ਨਹੀਂ ਡਿੱਗਦਾ। ਜੇ ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ ਤੇ ਬਚਨ ਹੁੰਦਾ ਵੀ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਬਾਬਾ ਕਬੀਰ ਜੀ ਕਹਿੰਦੇ ਜਦੋਂ ਮਨ ਹੀ ਨਹੀਂ ਡਿੱਗਦਾ ਤੇ ਤਨ ਕਿਵੇਂ ਡਰ ਜਾਏਗਾ? ਤਨ ਵਿੱਚ ਭੈ ਤਾਂ ਆਏਗਾ ਜੇ ਮਨ ਡਰੇਗਾ। ਤੇ ਦੁੱਖ ਤੇ ਦਰਦ ਇਹ ਤਨ ਦੀ ਖੇਡ ਨਹੀਂ ਹੈ ਇਕੱਲੀ, ਇਹ ਮਨ ਦੀ ਖੇਡ ਹੈ। ਅੱਜ ਅਸੀਂ ਕਰੋਨਾ ਦੇ ਇਸ ਟਾਈਮ ਵਿੱਚੋਂ ਲੰਘ ਰਹੇ ਹਾਂ, ਕੋਵਿਡ-19 ਦੀ ਸਾਰੀ ਸਿਚੁਏਸ਼ਨ ਵਿੱਚੋਂ।
ਇਹਦੇ 'ਚ ਇਹ ਹੈ ਕਿ ਜੇ सोसाइटी डर जाएगी, समाज डर जाएगा बड़ी बुरी तरह, तो यदा प्रभाव बड़ा गहरा पएगा। जे तगड़े हो के हर तरह के मेजरमेंट्स लेंदिया होया, तो जे किते थोड़ा बहुता किते बीमार शमार बंदा हो भी आए, तां भी उहदे नाल जिहड़ा हैगा दो चार होने वास्ते बंदा अपने मन मंडल की दुनिया नूं तैयार कर लवे, वेखे भी जिहड़ा हैगा इन्ने लोग ठीक होए ने, सारा कुछ इस तरीके नाल, ते मैं भी ठीक हो सकदा, इस रूप दे बॉडी हो सकती है। सो सब ये मन की खेड सारे दी सारी, जो गुरु के चरण हिरदे च वसाए, उहदी रजा उहदे हुक्म की पालना करने वास्ते बंदा तत्पर हो गया, पवित्रता जीवन का मुख आशा हो गया, शुद्धता जीवन का आशा हो गया, आर वकारां तो अपने आप को बचा के चलना जीवन का आशा हो गया, तो सब कहिंदे दुख दर्द इस तन ते जाए, दुख ते दर्द तन तो नस जाते हैं दूर किते, बंदा भुल ही जाता भी दुख दर्द भी कोई चीज़ होंगी, वो वेदन बिल्कुल रहिंदी नहीं उस लैवल पर। ये रहा उहदा बंद है। शुरुआती पता इस शब्द का, गुरु परमेश्वर करना है हार। ये जिस गुरु की गल हो रही है ना, वो गुरु मैं फिर विनती कराँगा, वो शख्सी गुरु वाली बात नहीं है ये भी किसी ने वो गुरु बना लिया, किसी ने वो गुरु ना ना ना, इतने गुरु परमेश्वर, वो गुरु परमेश्वर करना है हार जिहड़ा आ, क्योंकि बाणी ने कहा गुरु परमेश्वर एको जान इको रूप है दुआ का, कोई फर्क नहीं है। गुरु गोबिंद गोबिंद गुरु है, नानक भेद ना पाई। जिमें ये बाबत आप तुसी जे कोई पढ़ना समझना चाहो तो फिर मस्कीन जी की बात करदा, उन्होंने एक किताब च लिखा है शब्द गुरु सुरत धुन चेला, वो भी अंदरली बात मैनू कुछ इस किस्म का एहसासी पता लगा कि बाहर तो नहीं आई लिखावट, पर यह चीज़ आई कि उन्होंने किसी ने कहा कि कोई 50-60 वरे हो गए इससे कथा करदियां, कोई लाइफ टाइम अचीवमेंट अवार्ड की गल हो रही है इस किस्म के नाल सारी बात। तो जो जिस शख्स ने सारी गलबात की है सारी, तो सोच के कहन लगे कहिंदे कादी प्राप्ति है, जे ध्यान मार के देखते हैं तो पिछले 50-60 सालों के विच पतितपुणा कितना वध गया आ, झूठे गुरुडम की इंतहा चल रही है, डेराबाद चल रहा है, पखंड अडंबर हर चीज़ जिहड़ी है, नशे पत्ते हर चीज़ तो वध गया साडे समाज दे विच। सो प्राप्ति कादी है, प्राप्ति तो कुछ खास लगती नहीं ये, पर घट तो घट यह है कि गुर शब्द की बात लोगों तक जरूर पहुँचे, ये वास्ते यत्न किया है, तो होर जोर ला के करना चाहिए। फिर उन्होंने बकाया तौर पर किताबचा भी लिखा है कि शब्द गुरु सुरत धुन चेला, भी दुनिया के लोगों गुरु कौन है पछाणो, इहदे नाल जुड़ना किवें भी पछाणो। वो चो एक एग्जाम्पल की, कहते लोग कई बार कहते हैं कि अच्छा किते कहना बाणी गुरु है, किते कहना शब्द गुरु है, किते कहना गुरु ग्रंथ साहब गुरु है, किते कहना जोत गुरु है। गुरु कौन है? किते कहा जाता गुरु नाल जुड़ो, किते रब नाल जुड़ना किते नाल है। सम टाइम पीपल आस्क दीज काइंड ऑफ क्वेश्चंस, यू नो, जिहड़ा बंदा रैशनल माइंडेड अपने आप को कहता खास करके, तो जिहड़ी कजाकीयत है बंदे नूं कई बार जोर पा जाती है, फिर वो सारे नूं जिहड़ा जवाबबद्ध करदे उस तरीके दे नाल मैं टूक मात्र बयान करदा हूँ। जवाब दा स्वरूप दे विच है कि वो कहते देखो जिन्नी रोशनी है धरती तो सूरज विचों आउंदी है, सूरज तो धरती की दूरी मतलब गिणती तो बाहर ही कह लो कि किन्ने लाइट ईयर्स की दूरी की जाती, कोई हज़ारां करोड़ां मीलों की गल होंदी, उहदे च लखां करोड़ां मीलों की। हुण वो जिहड़ा इतनी दूरी है, पर उस सूरज की रोशनी साडे तक पहुँचती है। रोशनी लैके कौन आउंदा? किरणां सूरज दी, जिहड़ियां दी किरणां ने, वेव्स ने, वो जिहड़ियां ने वो लैके आउंदियां सारी दी सारियां। वो जदों धरती के उस रूप में पसरदियां वो सारियां रिप्रजेंट करदियां ने किस चीज़ नूं? सूरज नूं। पर सूरज नहीं गईयां, सूरज अपने आप च पूरा आया, सूरज अपने आप सूरज स्थापित है उत्थे। रब भी ओमनी प्रैजेंट आ, जर्रे जर्रे च मौजूद आ, पर उसकी साडे तक समझ सोझी ज्ञान कौन लैके आउंदा? गुरु। सो गुरु और किरणां दा काम करदा है। गुरु खास करके रिश्मा का काम करता है एक ही चीज़। वो किरणां तो सूरज दो नहीं गए, पर जो डिफरेंशिएट किया जाए तो डेफिनेटली सूरज वो है, तो सूरज की रोशनी वो किरणां के जरिए आ रही है। इत्थे साहब ने जिक्र किया गुरु परमेश्वर करना है हार। वो गुरु ही परमेश्वर, ओदियां ही किरणां, ओदा ही ज्ञान, ओदी ही सोझी, ओदी ही प्रकाशना जिहड़ी है गुरु के जरिए तुहाडे तक पहुँचे, वही करना हार है। सगल सृष्ट को दे आधार, सारी कायनात को आधार दिंदा है। आधार रोजी रोटी तो लैके
सब तरह के जिहड़े आसरे ओट आसरे ने इस रचना दे विच मौजूद ने। इस रचना चो असीं अवेल करते हैं, असीं उन्होंने उस तरीके दे नाल यतनशील होकर इहनूं प्राप्त करते हैं। इस रचना दे विच जिथे रोजी रोटी साधन संसाधन ये मौजूद ने, ये भी मौजूद है कि असीं जीवन किवें जीना, चंगी ते वधिया सिक्ख्या भी लै सकते हैं, अध्यात्मक तल के उत्ते अपने आप को इनलाइटेड भी कर सकते हैं। वो सोर्स भी गुर रूप पाक धरती के उत्ते उस परिपूर्ण ने पाया है अपने विच। इस तरीके नाल वो बात हुई कि सगल सृष्ट को दे आधार, वो जिहड़ा सब नूं आधार देने वाला, वो करनहार, वो गुर रूप ज्ञान भी तैनूं वंड रहा। अगला बचन है भवजल डूबत सतगुर काढ है। भवजल बीते कल बात हुई सी, संसार है, पॉसिबिलिटी है ये चंगे वास्ते तुरे बंदा दलदल च फस के डुब जाए, गर्क हो जाए। भवजल भाव कहते हैं डर, जल कहते हैं पानी नूं, डर दा पानी, ये संसार लहरां उठ रही हैं। इत्थे साहब ने क्या भवजल डूबत, ये डुबण वाले सतगुर कढ़ है। सतगुरु हाथ दे के कढ़ दिंदा, हाथ दे के कढ़ दिंदा है। इहो जी बिध, इहो जी सोच, इहो जी सुहज बख्शदा है जिहदे नाल बंदा इन्हां आरां वकारां नूं किते ना किते ग्रिप करन दे काबिल हो जाता है। तो बड़ा लाजमी है गुरु के चरण, गुरु की पाइयां संदली पैड़ां जिहड़ियां ने उन्हां नूं तुसीं फॉलो करोगे, उन्हां नूं गुरु के फुटप्रिंट्स जिहड़े ने उन्हां नूं तुसीं उस लैवल ते उहदे फॉलोवर बनोगे, उहदे डिसाइपल बन जाओगे उस तरीके दे नाल। ते डेफिनेटली जिहड़ा पाथ गुरु दसेगा, जिवें कोई GPS हुंदा आ ते वो GPS नूं जो तुसीं फॉलो करदे हो, तुसीं अपनी मंजिले मकसूद ते पहुंच जांदे हो। गुरु भी काइंड ऑफ स्पिरिचुअल GPS है तुहाडे वास्ते। गुरु विचार, गुरु ज्ञान, गुरु ख्याल, गुरु बचन, गुरमत मर्यादा, गुरमत स्कूल, ये सब चीज़ां इस लैवल ते आउंदियां। इत्थे गुरु महाराज ने कहा जे तुसीं उस तरीके दे नाल अपने आप नूं गुरु नाल एसोसीएट करोगे, भवजल डूबत सतगुर काढ है, जन्म जन्म का टूटा गंढ है। कई बार यह भी होया कि बंदा कहंदा कि जे इतना ही सच चंगा आया, मतलब तुसीं देखो रैशनल लैवल ते लोग गल करते हैं कि वट इज़ मोर एक्चुअली important or which is more precious according to literature and according to philosophical sides. If we ask what are you talking about, what kind of actually thing do you want to know about importance side, जिहड़ी importance वाली side तो किहड़ी चीज़ नूं तुसीं ज़्यादा तरीके नाल वड्डे level ते समझना चाहते हो, तो पुछदे कि we are asking you two things. One is greed, second is contentment. Which is more actually, which have more weight? Tell me. ਹੁਣ ਅਸੀਂ ਸਿੱਧੇ ਤੌਰ ਤੇ ਕਹਾਂਗੇ ਵੀ ਕੰਟੈਂਟਮੈਂਟ ਦੇ ਮੁਕਾਬਲੇ ਗਰੀਡ ਤੇ ਕੁਛ ਵੀ ਨਹੀਂ। तो ਕਹਿੰਦੇ then why people are actually following greed comparatively contentment? Why people want to live under the impression of greed? Why greed is leading actually more उस तरीके नाल ज़्यादा वड्डे लैवल ते लोगों की जिंदगी नूं comparatively contentment? Why is the greed is actually on the ruling side of the people's life? हुण ये जिहड़ी बात आ ये की है, ये कहा जाएगा कि जिहड़े संस्कार बने ने, ट्रेट्स आ रहे जन्मां जन्मांतरां दे, उन्हां नूं किवें ग्रिप करोगे? ये फिर हुंदा है कि गुरु बख्शिश करे, गुरु नवाजे। इत्थे साहब ने कहा है जन्म जन्म का टूटा गंढ है। बंदा जन्मां जन्मांतरां तो उस चीज़ तो टुटिया होया तुरिया आ रहा है, उस ज्ञान, उस सोझी, उस एहसास तो। ये भी फिर गुरु ही बख्शिश करता है। ये गुरु के चरण ही ने जिन्होंने फॉलो करने तो बाद बंदे ने समझ आता राह केड़ा ठीक, वही बात हो रही है। गुरु की सेवा करो दिन रात, आओ रात दिन लगा के गुरु की सेवा करिए। दिन रात का मतलब इत्थे है प्रायोरिटी बेसिस के उत्ते कुछ काम ने उन्होंने असीं प्रायोरिटाइज करते हैं कि आह काम पहला करना बाद च करना है। स्पिरिचुअल साइड तो जो बात की जाए, स्पिरिचुअलिटी जिहड़ी है बंदे का ये प्राइमरी गोल नहीं है। बंदे का ईवन सैकेंडरी या हुण थर्ड लैवल, फोर्थ लैवल नो ये तो बिल्कुल लास्ट गोल रखा बंदे ने, जावांगे उस पासे फिर देखा।
ਹਾਲਾਂਕਿ ਮਹਾਰਾਜ ਬਿਆਨ ਇਹ ਕਰਦੇ ਨੇ ਕਿ ਨਾ ਭਾਈ ਗੁਰੂ ਕੀ ਸੇਵਾ ਕਰੋ ਦਿਨ ਰਾਤ। We should follow the spiritual path at a priority level. That should be the priority of our life. ਉਹਦੀ ਬਾਤ ਹੋਈ ਇਹਦੇ ਵਿੱਚ, ਸੁਖ ਸਹਿਜ ਮਨ ਆਵੈ ਸ਼ਾਂਤ। If anyone is asking, ਭਾਈ ਸਾਹਿਬ, we can follow spiritual path on priority level, but what we going to get after following this path? Then Maharaj is saying, ਸੁਖ ਸਹਿਜ ਮਨ ਆਵੈ ਸ਼ਾਂਤ। ਸੁਖ ਆਏਗਾ, ਸਹਿਜ ਆਏਗਾ, ਮਨ ਵਿੱਚ ਸ਼ਾਂਤੀ ਆਏਗੀ। We are all seeker of peace of mind, happiness, and some kind of stability in our life. Maharaj is saying here, you can get all three by following the Guru the path, by following of Guru's path. Very simple. ਤੁਸੀਂ ਗੁਰੂ ਦੇ ਪਾਥ ਨੂੰ ਫੋਲੋ ਕਰੋ, you can get happiness, ultimate happiness, unlimited happiness. Actually you can say kind of higher level of pleasure. ਉਹ ਰੂਪ ਜਿਹੜਾ ਹੈ। ਫਿਰ ਸਹਿਜ, stability, ਫਿਰ ਮਨ ਹੋਵੇ ਸ਼ਾਂਤ, peace of mind. What else do you want? ਜਸਟ ਇਹਨੂੰ ਇਸ ਲੈਵਲ ਤੇ ਫੋਲੋ ਕਰ, ਤੈਨੂੰ ਪ੍ਰਾਪਤ ਹੋਏਗਾ। ਸਤਿਗੁਰ ਕੀ ਰੇਣ ਵਡਭਾਗੀ ਪਾਵੈ। ਸਤਿਗੁਰ ਕੀ ਰੇਣ, ਰੇਣ ਚਰਨ ਧੂੜ ਨੂੰ ਕਿਹਾ ਗਿਆ ਵੈਸੇ। Sometimes people translate it dust of someone's feet. That is ਚਰਨ ਰੇਣ। ਇਹ ਫਿਰ ਅਗਾਂ ਸਿੰਬੋਲਿਕ ਜਾਂ ਤੁਸੀਂ ਕਹਿ ਲਓ ਕਿ ਇੱਕ ਪ੍ਰਤੀਕ ਦੇ ਰੂਪ ਵਿੱਚ ਆਇਆ ਹੈ। ਜਦੋਂ ਅਸੀਂ ਕਿਸੇ ਨੂੰ ਫੋਲੋ ਕਰਦੇ ਹਾਂ, ਕਿਸੇ ਦੇ ਪਿੱਛੇ ਤੁਰਦੇ ਹਾਂ, ਉਹਦੇ ਚਰਨਾਂ ਦੀ ਧੂੜ ਸਾਡੇ ਤੇ ਪੈਂਦੀ ਹੈ। ਸੋ ਇਹ ਅਸੀਂ ਜਦੋਂ ਗੁਰੂ ਕੇ ਫੋਲੋਵਰ ਹੋਵਾਂਗੇ, ਅਸੀਂ ਗੁਰੂ ਕੀ ਚਰਨ ਧੂੜ ਆਪਣੇ ਮੱਥੇ ਲਾਵਾਂਗੇ। ਉਹਨੂੰ ਕਿਹਾ ਗਿਆ, ਮਹਾਰਾਜ ਕਹਿੰਦੇ ਕਿ ਜਦੋਂ ਤੁਸੀਂ ਸਤਿਗੁਰ ਕੀ ਰੇਣ ਵਡਭਾਗੀ ਪਾਵੈ, ਜਦੋਂ ਇਹਨੂੰ ਫੋਲੋ ਕਰੋਗੇ, ਵੱਡੇ ਭਾਗਾਂ ਵਾਲੇ ਹੋਵੋਗੇ, ਤੇ ਇਹੀ ਵਡਭਾਗਤਾ ਤੁਹਾਨੂੰ ਉਸ ਲੈਵਲ ਤੇ ਲੈ ਜਾਏਗੀ। ਨਾਨਕ ਗੁਰੂ ਕੋ ਸਦਬਲ ਜਾਵੈ। ਇਹ ਨਾਨਕ ਕਹਿ, ਮੈਂ ਗੁਰੂ ਤੋਂ ਸਦਬਲ ਜਾਣਾ, ਭਾਵ ਗੁਰੂ ਤੋਂ ਸਦਬਲਿਹਾਰ ਜਾਣਾ ਚਾਹੀਦਾ ਹੈ। ਗੁਰਮਤਿ ਸਕੂਲ ਆਫ ਥਾਟ ਦੇ ਵਿੱਚ ਗੁਰੂ ਨਾਮ ਸ਼ਬਦ ਦਾ ਹੈ। ਸ਼ਬਦ ਬਾਣੀ, ਇਹਦੇ ਉਪਦੇਸ਼ ਨੂੰ ਫੋਲੋ ਕਰਦਿਆਂ ਹੋਇਆਂ ਅਸੀਂ ਗੁਰਮਤੀਏ ਹੋ ਕੇ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਭਲਾ ਕਰ ਸਕਦੇ ਹਾਂ। ਸਹਿਬ ਰਹਿਮਤ ਕਰਨ ਦੇ ਨਾਲ ਵੀ ਅਲਾਹੀ ਗਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਕੋਵਿਡ-19 ਦੀ ਸਿਚੁਏਸ਼ਨ 'ਚੋਂ ਲੰਘ ਰਹੇ ਹਾਂ, ਹਮੇਸ਼ਾ ਦੀ ਤਰ੍ਹਾਂ ਅਰਦਾਸ ਕਰਦੇ ਹਾਂ ਮਾਲਕ ਦੇ ਚਰਨਾਂ 'ਚ, ਮਾਲਕ ਤਰਸ ਕਰੀਂ, ਸਭ ਦਾ ਕਲਿਆਣ ਹੋਏ, ਸਭ ਦਾ ਭਲਾ ਹੋਏ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ,